The next is open market operation, खुले बाजार ਦੀਆਂ क्रियावां। When the central bank of a country buys or sells securities in the open market, it is called open market operation। ਕਿ ਜਦੋਂ ਕਿਸੇ ਦੇਸ਼ ਦੀ ਕੇਂਦਰੀ ਬੈਂਕ ਖੁੱਲੇ ਬਾਜ਼ਾਰ ਦੇ ਵਿੱਚ ਜੋ ਪ੍ਰਤੀਭੂਤੀਆਂ ਨੂੰ ਵੇਚਦੀ ਹੈ ਜਾਂ ਖਰੀਦਦੀ ਹੈ ਤਾਂ ਇਸ ਨੂੰ ਖੁੱਲੇ ਬਾਜ਼ਾਰ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਇੱਥੇ ਪ੍ਰਤੀਭੂਤੀਆਂ ਦੇ ਦੁਆਰਾ ਉਹਨਾਂ ਨੂੰ ਵੇਚ ਖਰੀਦ ਕੇ ਕਦੇ ਵੇਚ ਕੇ ਤੇ ਕਦੇ ਖਰੀਦ ਕੇ ਜੋ ਕੇਂਦਰੀ ਬੈਂਕ ਹੈ ਉਹ ਕ੍ਰੈਡਿਟ ਨੂੰ ਕੰਟਰੋਲ ਕਰਦੀ ਹੈ, ਸਾਖ ਦਾ ਇਸ ਦਾ ਨਿਯੰਤਰਿਤ ਕਰਦੀ ਹੈ। ਇਹ ਕੀ ਚੀਜ਼ ਹੈ ਕਿ ਓਪਨ ਮਾਰਕੀਟ ਇੱਕ ਆਦੀ ਮਾਰਕੀਟ ਹੈ ਕਿ ਜਿਸ ਤਰ੍ਹਾਂ ਆਮ ਬਾਜ਼ਾਰ ਦੇ ਵਿੱਚ ਵਸਤੂਆਂ ਨੂੰ ਖਰੀਦਿਆ ਵੇਚਿਆ ਜਾਂਦਾ ਹੈ, ਇਸੇ ਤਰ੍ਹਾਂ ਜੋ ਫਾਈਨੈਂਸ਼ੀਅਲ ਮਾਰਕੀਟ ਹੈ, ਜੋ ਵਿੱਤੀ ਬਾਜ਼ਾਰ ਹੈ, ਉੱਥੇ ਜੋ ਕਰਜ਼ਾ ਉਧਾਰ ਲੈਣ ਦੇ ਜਾਂ ਪੈਸਾ ਉਧਾਰ ਲੈਣ ਦੇ ਜਾਂ ਕਰਜ਼ ਲੈਣ ਦੇ ਜਾਂ ਕਰਜ਼ ਦੇਣ ਦੇ ਜੋ ਤਰੀਕੇ ਹਨ, ਉਹਨਾਂ ਦੇ ਵਿੱਚ ਕੁਝ ਇੰਸਟਰੂਮੈਂਟਸ ਜਿਹੜੇ ਨੇ ਇਸਤੇਮਾਲ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪ੍ਰਤੀਭੂਤੀਆਂ ਇੱਕ ਹਨ। ਤਾਂ ਉਹ ਪ੍ਰਤੀਭੂਤੀਆਂ ਸਰਕਾਰੀ ਪ੍ਰਤੀਭੂਤੀਆਂ ਨੂੰ ਜੋ ਹੈ ਜ਼ਿਆਦਾਤਰ ਬੈਂਕਾਂ, ਕਮਰਸ਼ੀਅਲ ਬੈਂਕਾਂ ਖਰੀਦਦੀਆਂ ਹਨ ਤੇ ਖੁੱਲੇ ਬਾਜ਼ਾਰ ਦੇ ਵਿੱਚ ਕੋਈ ਵੀ ਖਰੀਦ ਸਕਦਾ ਹੈ, ਪਰ ਜ਼ਿਆਦਾਤਰ ਇੱਥੇ ਬੈਂਕਾਂ ਦੁਆਰਾ ਹੀ ਖਰੀਦੀਆਂ ਜਾਂਦੀਆਂ ਹਨ। ਅਤੇ ਜੋ ਬੈਂਕਾਂ ਦੇ ਕੋਲ ਲੋਕਾਂ ਨੇ ਪੈਸਾ ਜਮ੍ਹਾਂ ਕਰਾਇਆ ਹੈ, ਜਿਸ ਦੇ ਨਾਲ ਉਹ ਸਾਖ ਨਿਰਮਾਣ ਕਰਦੀਆਂ ਹਨ, ਤਾਂ ਉਸ ਨੂੰ ਇਹਨਾਂ ਪ੍ਰਤੀਭੂਤੀਆਂ ਦੁਆਰਾ ਜੋ ਹੈ ਕੇਂਦਰੀ ਬੈਂਕ ਉਸ ਨੂੰ ਨਿਯੰਤਰਿਤ ਕਰ ਸਕਦੀ ਹੈ, ਸਾਖ ਨੂੰ ਨਿਯੰਤਰਿਤ ਕਰ ਸਕਦੀ ਹੈ। ਉਹ ਕਿਸ ਤਰ੍ਹਾਂ ਹੋਏਗਾ, ਇਸ ਨੂੰ ਥੋੜ੍ਹਾ ਸਮਝਿਆ ਜਾਏ। ਜਿਸ ਤਰ੍ਹਾਂ ਕਿ ਲਿਖਿਆ ਗਿਆ ਹੈ ਕਿ ਇਫ ਦਾ ਕ੍ਰੈਡਿਟ ਇਜ਼ ਟੂ ਬੀ ਕੰਟਰੈਕਟਡ ਦ ਸੈਂਟਰਲ ਬੈਂਕ ਬਿਗਿਨਸ ਟੂ ਸੈਲ ਸਿਕਿਉਰਿਟੀਜ਼ ਇਨ ਓਪਨ ਮਾਰਕੀਟ। ਕਿ ਜੇਕਰ ਸਾਖ ਦਾ ਸੰਕੁਚਨ ਕਰਨਾ ਹੈ, ਕਿ ਬੈਂਕਾਂ ਜ਼ਿਆਦਾ ਸਾਖ ਨਿਰਮਾਣ ਨਾ ਕਰਨ, ਤਾਂ ਇਸ ਦੇ ਕਰਨ ਦਾ ਤਰੀਕਾ ਕੀ ਹੈ ਕਿ ਓਪਨ ਮਾਰਕੀਟ ਆਪਰੇਸ਼ਨ ਦੇ ਵਿੱਚ ਕੇਂਦਰੀ ਬੈਂਕ ਜੋ ਹੈ ਉਹ ਪ੍ਰਤੀਭੂਤੀਆਂ ਨੂੰ ਵੇਚਣਾ ਸ਼ੁਰੂ ਕਰੇਗੀ। ਵੇਚਣ ਦਾ ਕੀ ਅਰਥ ਹੈ ਕਿ ਇਹ ਜੋ ਪ੍ਰਤੀਭੂਤੀਆਂ ਹਨ, ਸਿਕਿਉਰਿਟੀਜ਼ ਹਨ, ਜਦੋਂ ਉਹ ਵੇਚੇਗੀ ਤਾਂ ਕੇਂਦਰੀ ਬੈਂਕ ਜਾਂ ਆਮ ਲੋਕ ਇਸ ਨੂੰ ਜਦੋਂ ਖਰੀਦਣਗੇ, ਜਦੋਂ ਕੇਂਦਰੀ ਬੈਂਕ ਇਹ ਵੇਚ ਰਹੀ ਹੈ ਤਾਂ ਬਾਕੀ ਬੈਂਕ ਇਸ ਨੂੰ ਖਰੀਦਣਗੀਆਂ ਜਾਂ ਲੋਕ ਖਰੀਦਣਗੇ। ਤੇ ਇਸ ਨਾਲ ਹੋਏਗਾ ਕਿ ਜੇਕਰ ਇਹ ਪ੍ਰਤੀਭੂਤੀਆਂ ਨੂੰ ਵੇਚਿਆ ਜਾਏਗਾ ਜਦੋਂ, ਤਾਂ ਜੋ ਪੈਸਾ ਹੈ, ਜੋ ਮੁਦਰਾ ਦੇ ਰੂਪ ਵਿੱਚ ਹੈ, ਜੋ ਕੈਸ਼ ਦੇ ਰੂਪ ਵਿੱਚ ਹੈ, ਇਹ ਪੈਸਾ ਬੈਂਕਾਂ ਕੋਲ ਹੈ ਜਾਂ ਆਮ ਲੋਕਾਂ ਕੋਲ ਹੈ। ਜਦੋਂ ਇਹ ਪ੍ਰਤੀਭੂਤੀਆਂ ਵੇਚੀਆਂ ਜਾਣਗੀਆਂ ਤਾਂ ਇਹ ਪ੍ਰਤੀਭੂਤੀਆਂ, ਕਿਉਂਕਿ ਬੈਂਕਾਂ ਹੀ ਜ਼ਿਆਦਾ ਖਰੀਦੀਆਂ ਹਨ, ਤਾਂ ਬੈਂਕਾਂ ਕੋਲ ਚਲੀਆਂ ਜਾਣਗੀਆਂ, ਉਹ ਖਰੀਦ ਲੈਣਗੀਆਂ ਅਤੇ ਪੈਸਾ ਜੋ ਹੈ, ਜੋ ਕੈਸ਼ ਹੈ, ਜੋ ਨਕਦ ਹੈ, ਉਹ ਕੇਂਦਰੀ ਬੈਂਕ ਕੋਲ ਚਲਾ ਜਾਏਗਾ। ਤਾਂ ਇਸ ਦੇ ਨਾਲ ਸਾਖ ਦਾ ਨਿਰਮਾਣ ਜ਼ਿਆਦਾ ਨਹੀਂ ਹੋਏਗਾ, ਕਿਉਂਕਿ ਬੈਂਕਾਂ ਦੇ ਕੋਲ ਜੋ ਨਕਦ ਸੀ ਜਾਂ ਪੈਸਾ ਸੀ ਉਹ ਪ੍ਰਤੀਭੂਤੀਆਂ ਨੂੰ ਖਰੀਦਣ ਦੇ ਵਿੱਚ ਖਰਚ ਹੋ ਗਿਆ ਅਤੇ ਉਹ ਪ੍ਰਤੀਭੂਤੀਆਂ ਬੈਂਕਾਂ ਕੋਲ ਨੇ ਜਾਂ ਆਮ ਲੋਕਾਂ ਕੋਲ ਨੇ, ਅਤੇ ਉਹ ਪੈਸਾ ਜੋ ਨਕਦ ਰੂਪ ਵਿੱਚ ਸੀ ਉਹ ਕੇਂਦਰੀ ਬੈਂਕ ਕੋਲ ਚਲਾ ਗਿਆ। ਜਦੋਂ ਇਹ ਪੈਸਾ ਕੇਂਦਰੀ ਬੈਂਕ ਕੋਲ ਆ ਜਾਏਗਾ ਤਾਂ ਫਿਰ ਬਾਕੀ ਬੈਂਕਾਂ ਜੋ ਹਨ ਉਹ ਜ਼ਿਆਦਾ ਸਾਖ ਦਾ ਵਿਸਥਾਰ ਨਹੀਂ ਕਰ ਪਾਉਣਗੀਆਂ, ਕਿਉਂਕਿ ਉਹਨਾਂ ਨੇ ਪੈਸਾ ਜੋ ਹੈ ਇਹਨਾਂ ਪ੍ਰਤੀਭੂਤੀਆਂ ਨੂੰ ਖਰੀਦਣ 'ਤੇ ਲਗਾ ਦਿੱਤਾ ਹੈ। ਤੇ ਦੂਸਰੇ ਪਾਸੇ ਔਨ ਦਾ ਕੰਟਰੀ, ਇਫ ਦਾ ਸੈਂਟਰਲ ਬੈਂਕ ਵਾਂਟ ਟੂ ਐਕਸਪੈਂਡ ਕ੍ਰੈਡਿਟ ਇਟ ਬਿਗਿਨਸ ਟੂ ਬਾਏ ਸਿਕਿਉਰਿਟੀਜ਼ ਇਨ ਓਪਨ ਮਾਰਕੀਟ। ਕਿ ਜੇਕਰ ਹੁਣ ਕੇਂਦਰੀ ਬੈਂਕ ਇਹ ਚਾਹੁੰਦੀ ਹੈ ਕਿ ਸਾਖ ਦਾ ਵਿਸਥਾਰ ਹੋਵੇ, ਤਾਂ ਉਹ ਕੀ ਕਰੇਗੀ, ਇਹਨਾਂ ਪ੍ਰਤੀਭੂਤੀਆਂ ਨੂੰ ਖੁੱਲੇ ਬਾਜ਼ਾਰ ਦੇ ਵਿੱਚ ਜੋ ਹੈ ਉਹ ਖਰੀਦਣਾ ਸ਼ੁਰੂ ਕਰ ਦੇਗੀ। ਖਰੀਦਣ ਦਾ ਕੀ ਭਾਵ ਹੈ ਕਿ ਉਹ ਪ੍ਰਤੀਭੂਤੀਆਂ ਜੋ ਬੈਂਕਾਂ ਕੋਲ ਸਨ ਜਾਂ ਆਮ ਲੋਕਾਂ ਕੋਲ ਹਨ, ਤਾਂ ਜਦੋਂ ਕੇਂਦਰੀ ਬੈਂਕ ਇਹਨਾਂ ਨੂੰ ਖਰੀਦੇਗੀ ਤਾਂ ਇਹ ਪ੍ਰਤੀਭੂਤੀਆਂ ਕੇਂਦਰੀ ਬੈਂਕ ਕੋਲ ਚਲੀਆਂ ਜਾਣਗੀਆਂ ਅਤੇ ਉਹ ਪੈਸਾ ਜੋ ਹੈ ਉਹ ਵੱਧ ਕੇ, ਕਿਉਂਕਿ ਇਹਨਾਂ ਪ੍ਰਤੀਭੂਤੀਆਂ ਉੱਤੇ ਕੁਝ ਰਿਟਰਨ ਵੀ ਮਿਲਦਾ ਹੈ, ਵਿਆਜ ਵੀ ਮਿਲਦਾ ਹੈ, ਤਾਂ ਉਹ ਪੈਸਾ ਜੋ ਵੱਧ ਕੇ ਬੈਂਕਾਂ ਦੇ ਕੋਲ ਜਾਂ ਆਮ ਲੋਕਾਂ ਕੋਲ ਚਲਾ ਜਾਏਗਾ। ਅਤੇ ਜਿਸ ਦੇ ਨਾਲ ਜੇ ਬੈਂਕਾਂ ਕੋਲ ਇਹ ਪੈਸਾ ਜ਼ਿਆਦਾ ਆ ਜਾਏਗਾ ਜਾਂ ਉਹ ਲੋਕ ਜਿਨ੍ਹਾਂ ਨੇ ਪ੍ਰਤੀਭੂਤੀਆਂ ਜੋ ਹੈ ਉਹ ਖਰੀਦੀਆਂ ਸਨ ਅਤੇ ਬਾਅਦ ਵਿੱਚ ਕੇਂਦਰੀ ਬੈਂਕ ਨੂੰ ਵੇਚਦੀਆਂ ਹਨ, ਅਤੇ ਜੇ ਉਹ ਪੈਸਾ ਵੀ ਬੈਂਕ ਵਿੱਚ ਜਮ੍ਹਾਂ ਕਰਾ ਦੇਣ ਤਾਂ ਬੈਂਕ ਦੇ ਕੋਲ ਪੈਸਾ ਜੋ ਹੈ ਉਹ ਵੱਧ ਜਾਏਗਾ, ਅਤੇ ਜਿਸ ਨਾਲ ਉਹ ਸਾਖ ਦਾ ਵਿਸਤਾਰ ਜ਼ਿਆਦਾ ਕਰੇਗੀ, ਸਾਖ ਦਾ ਨਿਰਮਾਣ ਜ਼ਿਆਦਾ ਕਰੇਗੀ। ਸੋ ਇਸ ਤਰ੍ਹਾਂ ਜੋ ਕੇਂਦਰੀ ਬੈਂਕ ਹੈ ਉਹ ਪ੍ਰਤੀਭੂਤੀਆਂ ਨੂੰ ਕਦੇ ਵੇਚ ਕੇ ਤੇ ਕਦੇ ਖਰੀਦ ਕੇ ਜੋ ਹੈ ਸਾਖ ਨਿਯੰਤਰਿਤ ਕਰਦੀ ਹੈ, ਸਾਖ ਨੂੰ ਨਿਯੰਤਰਿਤ ਕਰਦੀ ਹੈ। ਸੋ ਇਹ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾਏਗੀ? ਇਨ ਦਾ ਇਵੈਂਟ ਆਫ ਇਨਫਲੇਸ਼ਨ ਸੈਂਟਰਲ ਬੈਂਕ ਸੈਲ ਸਿਕਿਉਰਿਟੀਜ਼ ਇਨ ਦਾ ਓਪਨ ਮਾਰਕੀਟ। ਕਿਉਂਕਿ ਜਦੋਂ ਮਹਿੰਗਾਈ ਹੈ, ਇਨਫਲੇਸ਼ਨ ਹੈ, ਕੀਮਤਾਂ ਬਹੁਤ ਵੱਧ ਰਹੀਆਂ ਹਨ, ਤਾਂ ਉਦੋਂ ਜੋ ਹੈ ਉਹ ਮੰਗ ਨੂੰ ਘਟਾਉਣਾ ਹੁੰਦਾ ਹੈ। ਤਾਂ ਇਸ ਦਾ ਕਰਨ ਦਾ ਤਰੀਕਾ ਕੀ ਇੱਕ ਹੋ ਸਕਦਾ ਹੈ ਕਿ ਜੋ ਕੇਂਦਰੀ ਬੈਂਕ ਉਹ ਪ੍ਰਤੀਭੂਤੀਆਂ ਨੂੰ ਜੋ ਵੇਚਣਾ ਸ਼ੁਰੂ ਕਰੇ, ਤਾਂ ਜੋ ਨਕਦ ਹੈ, ਜੋ ਪੈਸਾ ਹੈ ਇਸ ਵੇਲੇ ਇਕੋਨਮੀ ਦੇ ਵਿੱਚ, ਉਹ ਪੈਸਾ ਜੇ ਇਹ ਬੈਂਕਾਂ ਜਾਂ ਲੋਕ ਸਰਕਾਰੀ ਪ੍ਰਤੀਭੂਤੀਆਂ ਖਰੀਦਣਗੇ ਤਾਂ ਉਹ ਪੈਸਾ ਜਿਸ ਨਾਲ ਉਹਨਾਂ ਨੇ ਵਸਤੂਆਂ ਦੀ ਮੰਗ ਕਰਨੀ ਸੀ ਜਾਂ ਬੈਂਕ ਨੇ ਸਾਖ ਦਾ ਵਿਸਥਾਰ ਕਰਨਾ ਸੀ, ਉਹ ਪੈਸਾ ਜੋ ਹੈ ਕੇਂਦਰੀ ਬੈਂਕ ਕੋਲ ਚਲਾ ਜਾਏਗਾ ਅਤੇ ਸਾਖ ਦਾ ਵਿਸਥਾਰ ਘੱਟ ਹੋਏਗਾ, ਮੰਗ ਘਟੇਗੀ, ਕੀਮਤਾਂ ਥੋੜ੍ਹੀਆਂ ਘੱਟ ਸਕਦੀਆਂ ਹਨ। ਸੋ ਇਨ ਦ ਇਵੈਂਟ ਆਫ ਇਨਫਲੇਸ਼ਨ central bank will sell securities in the open market
to reduce cash with the people and cash with the commercial banks, and this will control or contract the credit, and this will ultimately lead to fall in excessive demand, and this may result in reduction in prices as well, ਕਿ ਇਸ ਦੇ ਨਾਲ ਜੋ ਕੀਮਤਾਂ ਵੀ ਘਟ ਸਕਦੀਆਂ ਹਨ। ਐਜ਼ ਅ ਰਿਜ਼ਲਟ ਆਫ ਇਟ ਕ੍ਰੈਡਿਟ ਇਜ਼ ਕੰਟਰੈਕਟਡ, ਐਗਰੀਗੇਟ ਡਿਮਾਂਡ ਗੋਜ਼ ਡਾਊਨ ਐਂਡ ਪ੍ਰਾਈਸ ਟੈਂਡਸ ਟੂ ਫਾਲ, ਕਿ ਇਸ ਦੇ ਨਾਲ ਕ੍ਰੈਡਿਟ ਜੋ ਹੈ ਉਹ ਕੰਟਰੋਲ ਹੋ ਜਾਏਗਾ, ਘਟ ਜਾਏਗਾ, ਸੰਕੁਚਿਤ ਹੋ ਜਾਏਗਾ, ਉਸਦਾ ਸੰਕੁਚਨ ਹੋ ਜਾਏਗਾ, ਅਤੇ ਜੋ ਕੁੱਲ ਮੰਗ ਜੋ ਵਧੀ ਹੋਈ ਸੀ ਉਹ ਘਟ ਜਾਏਗੀ ਤੇ ਕੀਮਤਾਂ ਥੋੜ੍ਹੀਆਂ ਘਟ ਜਾਣਗੀਆਂ। ਔਨ ਦਾ ਕੰਟਰਰੀ ਡਿਊਰਿੰਗ ਡਿਪਰੈਸ਼ਨ, ਕਿ ਜੇ ਮੰਦੀ ਹੈ ਤਾਂ ਫਿਰ ਕੀ ਹੋਏਗਾ, ਮੰਦੀ ਦੇ ਦੌਰ ਵਿੱਚ on the contrary, during depression, the central bank buys securities as a result of which credit expands, aggregate demand increases and price tends to rise, ਕਿ ਜਦੋਂ ਮੰਦੀ ਫੈਲੀ ਹੋਈ ਹੈ, ਮੰਗ ਬਹੁਤ ਘੱਟ ਹੈ, ਕੀਮਤਾਂ ਬਹੁਤ ਗਿਰ ਰਹੀਆਂ ਹਨ, ਤਾਂ ਉਹਨਾਂ ਹਾਲਾਤਾਂ ਵਿੱਚ ਸਾਖ ਦਾ ਵਿਸਥਾਰ ਕਰਨਾ ਹੁੰਦਾ ਹੈ। ਤਾਂ ਕੇਂਦਰੀ ਬੈਂਕ ਕੀ ਕਰੇਗੀ, ਖੁੱਲ੍ਹੇ ਬਾਜ਼ਾਰ ਦੇ ਵਿੱਚ ਜੋ ਸਿਕਿਉਰਿਟੀਜ਼ ਨੇ ਉਹਨਾਂ ਨੂੰ ਖਰੀਦਣਾ ਸ਼ੁਰੂ ਕਰ ਦੇਗੀ, ਤਾਂ ਜਿਸ ਦੇ ਨਾਲ ਪੈਸਾ ਜੋ ਹੈ ਬੈਂਕਾਂ ਦੇ ਕੋਲ ਆ ਜਾਏਗਾ ਜਾਂ ਲੋਕਾਂ ਦੇ ਕੋਲ ਆ ਜਾਏਗਾ, ਜਿਸ ਨਾਲ ਉਹ ਮੰਗ ਕਰਨਗੇ, ਸਾਖ ਦਾ ਵਿਸਥਾਰ ਹੋਏਗਾ ਅਤੇ ਕੀਮਤਾਂ ਥੋੜ੍ਹੀਆਂ ਵਧਣ ਲੱਗ ਜਾਣਗੀਆਂ। ਸੋ ਅਕੋਰਡਿੰਗ ਟੂ ਦ ਸਰਕਮਸਟਾਂਸਿਸ ਦ ਪਾਲਿਸੀ ਵਿਲ ਬੀ ਚੇਂਜਡ, ਕਿ ਹਾਲਾਤ ਕੀ ਹਨ ਉਹਨਾਂ ਅਨੁਸਾਰ ਹੀ ਜੋ ਹੈ ਨੀਤੀ ਬਣਾਈ ਜਾਏਗੀ ਕਿ ਕਦੋਂ ਪ੍ਰਤੀਭੂਤੀਆਂ ਨੂੰ ਵੇਚਣਾ ਹੈ ਤੇ ਕਦੋਂ ਖਰੀਦਣਾ ਹੈ। ਸੋ ਮਹਿੰਗਾਈ ਦੇ ਸਮੇਂ ਜੋ ਹੈ ਕੀਮਤਾਂ ਵਧ ਰਹੀਆਂ ਹਨ, ਮੰਗ ਬਹੁਤ ਜ਼ਿਆਦਾ ਹੈ, ਤਾਂ ਕੇਂਦਰੀ ਬੈਂਕ ਪ੍ਰਤੀਭੂਤੀਆਂ ਵੇਚਣ ਦਾ ਕੰਮ ਕਰਦੀ ਹੈ, ਅਤੇ ਜਦੋਂ ਮੰਦੀ ਦਾ ਦੌਰ ਹੈ ਜਾਂ ਹਾਲਾਤ ਜੋ ਹੈ ਰਿਸੈਸ਼ਨਰੀ ਹਨ, ਕਿ ਜ਼ਿਆਦਾ ਮੰਗ ਨਹੀਂ ਹੈ, ਕੀਮਤਾਂ ਬਹੁਤ ਗਿਰ ਰਹੀਆਂ ਹਨ, ਤਾਂ ਉਦੋਂ ਜੋ ਕੇਂਦਰੀ ਬੈਂਕ ਹੈ ਉਹ ਖੁੱਲ੍ਹੇ ਬਾਜ਼ਾਰ ਦੇ ਵਿੱਚ ਇਹਨਾਂ ਪ੍ਰਤੀਭੂਤੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੰਦੀ ਹੈ, ਤਾਂ ਕਿ ਕੀਮਤਾਂ ਥੋੜ੍ਹੀਆਂ ਜਿਹੜੀਆਂ ਨੇ ਉਹ ਘਟ ਰਹੀਆਂ ਨੇ ਬਹੁਤ ਜ਼ਿਆਦਾ, ਉਹ ਥੋੜ੍ਹੀਆਂ ਨਿਯੰਤਰਿਤ ਹੋ ਸਕਣ, ਉਹ ਥੋੜ੍ਹੀਆਂ ਵਧਣ, ਮੰਗ ਥੋੜ੍ਹੀ ਵਧੇ, ਲੋਕਾਂ ਦੇ ਕੋਲ ਪੈਸਾ, ਬੈਂਕਾਂ ਦੇ ਕੋਲ ਪੈਸਾ ਆਏ, ਜਿਸ ਨਾਲ ਉਹ ਸਾਖ ਦਾ ਵਿਸਤਾਰ ਕਰਨ, ਜਿਸ ਨਾਲ ਮੰਗ ਵਧੇਗੀ। ਸੋ ਇਸ ਨੂੰ ਅਸੀਂ ਖੁੱਲ੍ਹੇ ਬਾਜ਼ਾਰ ਦੀਆਂ ਪ੍ਰਕਿਰਿਆਵਾਂ ਕਹਿੰਦੇ ਹਨ। ਦੈਨ ਚੇਂਜ ਇਨ ਮਿਨੀਮਮ ਰਿਜ਼ਰਵ ਫੰਡ, ਅਸੀਂ ਦੇਖਿਆ ਸੀ ਕਿ ਜੋ ਵਪਾਰਕ ਬੈਂਕਾਂ ਨੇ ਉਹ ਕੇਂਦਰੀ ਬੈਂਕ ਦੇ ਕੋਲ ਕੁਛ ਜਿਹੜਾ ਪੈਸਾ ਹੈ, ਆਪਣੇ ਰਿਜ਼ਰਵ ਜਿਹੜੇ ਨੇ, ਜੋ ਫੰਡ ਨੇ, ਉਹਨਾਂ ਦਾ ਕੁਛ ਹਿੱਸਾ ਜਿਹੜਾ ਹੈ, ਪ੍ਰਤੀਸ਼ਤ ਹਿੱਸਾ ਜਿਹੜਾ ਹੈ ਉਹ ਕੇਂਦਰੀ ਬੈਂਕ ਕੋਲ ਰੱਖਦੀਆਂ ਹਨ। ਕਮਰਸ਼ੀਅਲ ਬੈਂਕਸ ਆਰ ਰਿਕੁਆਇਰਡ ਟੂ ਕੀਪ ਏ ਗਿਵਨ ਪਰਸੈਂਟੇਜ ਆਫ ਦੇਅਰ ਟੋਟਲ ਡਿਪੋਜ਼ਿਟ ਐਜ਼ ਕੈਸ਼ ਰਿਜ਼ਰਵ ਵਿਦ ਸੈਂਟਰਲ ਬੈਂਕ, ਜਿਸ ਨੂੰ ਅਸੀਂ CRR ਕਹਿੰਦੇ ਹਾਂ, ਕੈਸ਼ ਰਿਜ਼ਰਵ ਰੇਸ਼ੋ। ਸੋ CRR ਕਿ ਉਹ ਆਪਣੇ ਡਿਪੋਜ਼ਿਟ ਦਾ ਕੁੱਲ ਮੰਗ ਜਮ੍ਹਾਂ ਦਾ ਉਹ ਹਿੱਸਾ ਜੋ ਕਿ ਵਪਾਰਕ ਬੈਂਕਾਂ ਕੇਂਦਰੀ ਬੈਂਕ ਕੋਲ ਰੱਖਦੀਆਂ ਹਨ। ਤਾਂ ਇੱਥੇ ਇਹ ਸਮਝਣਾ ਕੋਈ ਮੁਸ਼ਕਿਲ ਨਹੀਂ ਹੈ ਕਿ ਜੇਕਰ ਕ੍ਰੈਡਿਟ ਕੰਟਰੈਕਟ ਕਰਨਾ ਹੈ, ਸਾਖ ਦਾ ਸੰਕੁਚਨ ਕਰਨਾ ਹੈ, ਤਾਂ CRR ਨੂੰ ਵਧਾ ਦਿੱਤਾ ਜਾਏਗਾ, ਅਰਥਾਤ ਜੋ ਵਪਾਰਕ ਬੈਂਕਾਂ ਹਨ ਉਹਨਾਂ ਨੂੰ ਜ਼ਿਆਦਾ ਪੈਸਾ ਜੋ ਹੈ ਉਹ ਕੇਂਦਰੀ ਬੈਂਕ ਕੋਲ ਜਮ੍ਹਾਂ ਕਰਾਉਣਾ ਪਏਗਾ, ਰੱਖਣਾ ਪਏਗਾ ਰਿਜ਼ਰਵ ਰੇਸ਼ੋ ਦੇ ਵਿੱਚ, ਮਿਨੀਮਮ ਰਿਜ਼ਰਵ ਦੇ ਵਿੱਚ। ਅਤੇ ਜੇਕਰ ਕ੍ਰੈਡਿਟ ਐਕਸਪੈਂਡ ਕਰਨਾ ਹੈ ਕਿ ਜ਼ਿਆਦਾ ਪੈਸਾ ਉਧਾਰ ਦੇ ਸਕਣ ਕਮਰਸ਼ੀਅਲ ਬੈਂਕਸ ਜਾਂ ਵਪਾਰਕ ਬੈਂਕਾਂ, ਤਾਂ CRR ਨੂੰ ਘਟਾ ਦਿੱਤਾ ਜਾਏਗਾ। ਸੋ if central banks wants to expand credit, it will reduce CRR, and if it wants to contract credit, it will raise CRR ਜਾਂ minimum reserve ratio। ਸੋ ਜੇਕਰ ਕੇਂਦਰੀ ਬੈਂਕ ਚਾਹੁੰਦੀ ਹੈ ਕਿ ਸਾਖ ਦਾ ਵਿਸਥਾਰ ਹੋਵੇ, ਤਾਂ ਉਹ ਇਹ ਜੋ ਰਿਜ਼ਰਵ ਰੇਸ਼ੋ ਹੈ, CRR ਹੈ, ਇਸ ਨੂੰ ਘਟਾ ਦੇਗੀ, ਅਤੇ ਜੇਕਰ ਸਾਖ ਦਾ ਸੰਕੁਚਨ ਕਰਨਾ ਹੈ ਤਾਂ ਇਸ ਨੂੰ ਵਧਾ ਦਿੱਤਾ ਜਾਏਗਾ। ਸੋ ਇਸ ਤਰ੍ਹਾਂ ਇਸ CRR ਜਾਂ ਜਿਸ ਨੂੰ ਮਿਨੀਮਮ ਰਿਜ਼ਰਵ ਫੰਡ ਜਾਂ ਮਿਨੀਮਮ ਰਿਕੁਆਇਰਡ ਰਿਜ਼ਰਵ ਰੇਸ਼ੋ ਕਿਹਾ ਗਿਆ ਹੈ, ਇਸ ਨੂੰ ਪਰਿਵਰਤਿਤ ਕਰਕੇ ਜੋ ਹੈ ਉਹ ਸਾਖ ਦਾ ਵਿਸਤਾਰ ਜਾਂ ਸਾਖ ਦਾ ਸੰਕੁਚਨ ਕੀਤਾ ਜਾ ਸਕਦਾ ਹੈ। CRR ਕੈਸ਼ ਰਿਜ਼ਰਵ ਰੇਸ਼ੋ ਇਹ ਬਹੁਤ ਮਹੱਤਵਪੂਰਨ ਇੱਕ ਤੱਤ ਹੈ, ਇੰਸਟਰੂਮੈਂਟ ਹੈ, ਜਿਸ ਦੇ ਨਾਲ ਸਾਖ ਦੀ ਮਾਤਰਾ ਜੋ ਹੈ ਇਸ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ। Then next is change in liquidity ratio. Every bank is required to keep a given proportion of its total assets in form of liquid or near liquid assets. It is called liquidity ratio. ਕਿ ਜੋ ਵਪਾਰਕ ਬੈਂਕਾਂ ਹਨ, ਕਿਉਂਕਿ ਅਸੀਂ ਦੇਖਿਆ ਸੀ ਕਿ ਉਹਨੂੰ ਤਰਲਤਾ ਰੱਖਣੀ ਪੈਂਦੀ ਹੈ, ਕਿ ਜਿਹਨਾਂ ਲੋਕਾਂ ਨੇ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਇਆ ਹੈ ਉਹ ਪੈਸਾ ਕਢਾਉਣ ਵੀ ਆ ਸਕਦੇ ਹਨ, ਸਾਰਾ ਨਾ ਵੀ ਕਢਾਉਣ, ਪਰ ਇਹ ਪਤਾ ਹੁੰਦਾ ਹੈ ਕਿ ਰੋਜ਼ਮर्रा ਦੇ ਕੰਮ ਕਾਜ ਦੇ ਵਿੱਚ ਕਿੰਨਾ ਕੁ ਲੋਕ ਪੈਸਾ ਜਮ੍ਹਾਂ ਕਰਾਉਂਦੇ ਹਨ, ਕਿੰਨਾ ਘਟਾਉਂਦੇ ਹਨ। ਸੋ ਜਿੰਨਾ ਪੈਸਾ ਜੋ ਲੋਕ ਕਢਾਉਣਾ ਚਾਹੁੰਦੇ ਹਨ, ਤਾਂ ਉਹ ਪੈਸਾ ਬੈਂਕ ਕੋਲ ਹੋਣਾ ਵੀ ਚਾਹੀਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਬੈਂਕ ਦੇ ਕੋਲ ਤਰਲਤਾ ਹੋਣੀ ਚਾਹੀਦੀ ਹੈ। ਸੋ ਜਿਸ ਦੇ ਵਿੱਚ ਅਸੀਂ ਇੱਕ ਟਰਮ ਯੂਜ਼ ਕਰਦੇ ਹਾਂ SLR, ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਜੋ ਕਿ ਕਾਨੂੰਨੀ ਨਕਦ ਕੋਸ਼ ਅਨੁਪਾਤ ਹੈ, ਕਿ ਗ੍ਰਾਹਕਾਂ ਦੀ
ਜੋ ਨਕਦ ਦੀ ਜ਼ਰੂਰਤ ਹੈ ਉਸਨੂੰ ਪੂਰਾ ਕਰਨ ਦੇ ਲਈ ਜੋ ਬੈਂਕਾਂ ਹਨ ਉਹਨਾਂ ਨੂੰ ਆਪਣੇ ਕੁੱਲ ਜਮ੍ਹਾਂ ਦਾ ਇੱਕ ਹਿੱਸਾ ਜੋ ਹੈ ਉਹ ਨਕਦ ਰੂਪ ਵਿੱਚ ਰੱਖਣਾ ਪੈਂਦਾ ਹੈ ਜਾਂ ਇਦਾਂ ਦੇ ਐਸੈਟਸ ਦੇ ਵਿੱਚ ਰੱਖਣਾ ਪਏਗਾ, ਇਸ ਤਰ੍ਹਾਂ ਦੀ ਪਰਿਸੰਪत्ति ਦੇ ਰੂਪ ਵਿੱਚ ਰੱਖਣਾ ਪਏਗਾ ਜਿਸ ਨੂੰ ਉਹ ਜਲਦੀ ਜੋ ਹੈ ਨਕਦ ਵਿੱਚ ਬਦਲ ਲੈਣ ਤਾਂ ਕਿ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ। ਸੋ ਇਹ ਵੀ ਜੋ ਹੈ ਕੇਂਦਰੀ ਬੈਂਕ ਦੁਆਰਾ ਤੈਅ ਕੀਤਾ ਜਾਂਦਾ ਹੈ। ਹੁਣ ਜੇਕਰ ਸਾਖ ਜੋ ਹੈ ਉਸ ਨੂੰ ਸੰਕੁਚਨ ਕਰਨਾ ਹੈ, ਉਸ ਦੀ ਮਾਤਰਾ ਘਟਾਣੀ ਹੈ ਤਾਂ ਇਸ SLR ਜੋ ਹੈ ਇਸ ਨੂੰ ਰੇਸ਼ੋ ਨੂੰ ਵਧਾ ਦਿੱਤਾ ਜਾਏਗਾ। ਅਰਥਾਤ ਬੈਂਕਾਂ ਨੂੰ ਜ਼ਿਆਦਾ ਆਪਣੇ ਕੋਲ ਨਕਦ ਰੱਖਣਾ ਪਏਗਾ ਤੇ ਜਿੰਨਾ ਨਕਦ ਜ਼ਿਆਦਾ ਰੱਖਣਗੇ ਤਾਂ ਉਨਾ ਹੀ ਉਧਾਰ ਘੱਟ ਦੇ ਪਾਉਣਗੇ। ਤੇ ਜੇਕਰ ਸਾਖ ਦਾ ਵਿਸਥਾਰ ਕਰਨਾ ਹੈ, ਸਾਖ ਨੂੰ ਐਕਸਪੈਂਸ਼ਨ ਕਰਨੀ ਹੈ ਤਾਂ SLR ਜਾਂ ਲਿਕੁਇਡਿਟੀ ਰੇਸ਼ੋ ਇਸ ਨੂੰ ਘਟਾ ਦਿੱਤਾ ਜਾਏਗਾ ਕਿ ਬੈਂਕਾਂ ਨੂੰ ਜ਼ਿਆਦਾ ਨਕਦ ਰੱਖਣ ਦੀ ਜ਼ਰੂਰਤ ਨਹੀਂ ਹੈ ਤੇ ਜ਼ਿਆਦਾ ਉਹ ਪੈਸਾ ਜੋ ਹੈ ਉਧਾਰ ਦੇ ਪਾਉਣਗੇ। ਸੋ ਜਦੋਂ ਇਨਫਲੇਸ਼ਨ ਹੈ, ਕੀਮਤਾਂ ਵੱਧ ਰਹੀਆਂ ਹੋਣ ਤਾਂ ਉਦੋਂ ਇਸ ਰੇਸ਼ੋ ਨੂੰ ਵਧਾ ਦੇਣਾ ਚਾਹੀਦਾ ਹੈ ਅਤੇ ਜੇਕਰ ਰਿਸੈਸ਼ਨ ਹੈ ਜਾਂ ਡਿਪਰੈਸ਼ਨ ਹੈ ਜਾਂ ਮੰਦੀ ਹੈ ਤਾਂ ਮੰਦੀ ਦੇ ਸਮੇਂ ਤਾਂ SLR ਜਾਂ ਇਸ ਰੇਸ਼ੋ ਨੂੰ ਘਟਾ ਦੇਣਾ ਚਾਹੀਦਾ ਹੈ ਤਾਂ ਕਿ ਕ੍ਰੈਡਿਟ ਐਕਸਪੈਂਡ ਹੋਵੇ, ਮੰਗ ਵਧੇ। ਸੋ ਇਸ ਤਰ੍ਹਾਂ ਇਹ ਕੁਝ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਕੇਂਦਰੀ ਬੈਂਕ ਜੋ ਹੈ ਸਾਖ ਦੀ ਮਾਤਰਾ ਜੋ ਹੈ, ਸਾਖ ਦਾ ਵਿਸਥਾਰ, ਸਾਖ ਦਾ ਸੰਕੁਚਨ ਜਾਂ ਪੈਸੇ ਦੇ ਉਧਾਰ ਲੈਣ ਦੀ ਜੋ ਕੀਮਤ ਹੈ, ਬੈਂਕ ਰੇਟ ਆਫ ਇੰਟਰਸਟ ਆਦਿ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਹਾਲਾਤਾਂ ਅਨੁਸਾਰ ਅਕੋਰਡਿੰਗ ਟੂ ਦ ਸਰਕਮਸਟੈਂਸਸ ਇਟ ਵਿਲ ਬ੍ਰਿੰਗ ਚੇਂਜਸ ਇਨ ਦ ਕੁਆਂਟੀਟੇਟਿਵ ਇੰਸਟਰੂਮੈਂਟਸ ਕਿ ਜੋ ਹਾਲਾਤ ਹਨ, ਜੋ ਮੌਜੂਦਾ ਅਰਥ ਵਿਵਸਥਾ ਦੀ ਹਾਲਤ ਹੈ ਉਸ ਦੇ ਅਨੁਸਾਰ ਹੀ ਇਸ ਵਿੱਚ ਪਰਿਵਰਤਨ ਕੀਤਾ ਜਾਏਗਾ। ਦੈਨ ਨੈਕਸਟ ਵੀ ਹੈਵ ਕੁਆਲੀਟੇਟਿਵ ਔਰ ਸਿਲੈਕਟਿਵ ਪਾਲਿਸੀ ਇੰਸਟਰੂਮੈਂਟਸ ਕਿ ਇਹ ਜੋ ਗੁਣਾਤਮਕ ਨੀਤੀ ਜੋ ਉਸਦੇ ਯੰਤਰ ਹਨ ਕਿ ਇਸ ਦੇ ਵਿੱਚ ਅਸੀਂ ਦੇਖਾਂਗੇ ਕਿ ਜੋ ਕੁਆਂਟੀਟੇਟਿਵ ਇੰਸਟਰੂਮੈਂਟਸ ਨੇ ਉਸ ਵਿੱਚ ਜੋ ਬੈਂਕ ਰੇਟ ਹੈ, CRR ਹੈ, SLR ਵਗੈਰਾ ਇਹ ਸਭ ਸਾਰਿਆਂ ਲਈ ਇੱਕੋ ਜਿਹੇ ਹੋਣਗੇ। ਅਰਥਾਤ ਜੇਕਰ ਬੈਂਕ ਰੇਟ ਜੋ ਹੈ ਇੱਕ ਤੈਅ ਕਰਤਾ ਗਿਆ ਹੈ ਜਾਂ SLR ਜਾਂ CRR ਤੈਅ ਕਰਤੀ ਗਈ ਹੈ ਤਾਂ ਉਹ ਸਾਰਿਆਂ ਲਈ ਇੱਕੋ ਜਿਹੀ ਹੈ, ਹਰ ਬੈਂਕ ਲਈ ਇੱਕੋ ਜਿਹੀ ਹੈ। ਪਰ ਜੋ ਕੁਆਲੀਟੇਟਿਵ ਹਨ ਇਸ ਦੇ ਵਿੱਚ ਦੇਖਿਆ ਜਾਏਗਾ ਕਿ ਪੈਸਾ ਜੋ ਉਧਾਰ ਲਿਆ ਗਿਆ ਹੈ ਜਾਂ ਦਿੱਤਾ ਗਿਆ ਹੈ ਉਹ ਕਾਹਦੇ ਲਈ, ਉਸ ਦਾ ਪਰਪਸ ਕੀ ਹੈ, ਉਸ ਦੇ ਅਕੋਰਡਿੰਗ ਹੀ ਜੋ ਹੈ ਉਹਦੇ ਵਿੱਚ ਕੁਝ ਪਰਿਵਰਤਨ ਕੀਤਾ ਜਾਏਗਾ। ਇਹ ਜੋ ਇੰਸਟਰੂਮੈਂਟਸ ਕਿਹੜੇ ਹਨ ਇਹਨਾਂ ਨੂੰ ਆਪਾਂ ਦੇਖਾਂਗੇ। ਪਹਿਲਾ ਹੈ ਚੇਂਜ ਇਨ ਮਾਰਜਨਲ ਰਿਕੁਆਇਰਮੈਂਟ ਆਫ ਲੋਨ। When the central bank feels that traders are stockpiling certain commodities as a result of which their prices are rising, then it controls the availability of credit for those goods by changing marginal requirement. Marginal requirement ਦਾ ਕੀ ਭਾਵ ਹੈ ਕਿ ਜੇਕਰ ਕੇਂਦਰੀ ਬੈਂਕ ਨੂੰ ਇਹ ਲੱਗੇ ਕਿ ਕੁਝ ਲੋਕ ਜੋ ਹਨ ਜੋ ਪੈਸਾ ਉਧਾਰ ਲੈ ਰਹੇ ਹਨ ਉਸ ਦਾ ਇਸਤੇਮਾਲ ਸਿਰਫ ਕੋਈ ਵਸਤੂਆਂ ਨੂੰ ਜੋ ਜਮ੍ਹਾਂ ਕਰਨ ਦੇ ਵਿੱਚ ਹੀ ਕਰ ਰਹੇ ਹਨ ਜਿਸ ਨਾਲ ਨੁਕਸਾਨ ਹੋ ਸਕਦਾ ਹੈ ਜਾਂ ਇਸ ਤਰ੍ਹਾਂ ਹੋ ਸਕਦਾ ਹੈ ਕਿ ਜੋ ਪੈਸਾ ਕਿਸੇ ਨੂੰ ਉਧਾਰ ਦੇਣਾ ਹੈ ਉਸਨੇ ਕਿਸ ਚੀਜ਼ ਦੇ ਕਿਸ ਪਰਪਸ ਦੇ ਲਈ ਉਹ ਖਰਚ ਕਰਨਾ ਹੈ ਤਾਂ ਉਹਦੇ ਅਨੁਸਾਰ ਮਾਰਜਨ ਰਿਕੁਆਇਰਮੈਂਟ ਦਾ ਕੀ ਅਰਥ ਹੈ ਕਿ ਜਿਸ ਵਸਤੂ ਨੂੰ ਵੀ ਪਲੈਜ ਕੀਤਾ ਗਿਆ ਹੈ ਅਰਥਾਤ ਗਿਰਵੀ ਰੱਖਿਆ ਗਿਆ ਹੈ ਉਸ ਦੇ ਮੁੱਲ ਦਾ ਕਿੰਨਾ ਹਿੱਸਾ ਜੋ ਹੈ ਉਹ ਉਧਾਰ ਜਾਂ ਉਸ ਦੇ ਉੱਤੇ ਕਰਜ਼ ਦਿੱਤਾ ਜਾ ਸਕਦਾ ਹੈ। So what is this margin requirement? It means that the margin between the value of goods pledged as security and the amount of loan is increased. So ਇੱਥੇ margin requirement ਹੈ ਕਿ ਕਿਸੇ ਨੇ ਕਿੰਨੇ ਮੁੱਲ ਦੀ ਜੋ ਕੋਈ ਵਸਤੂ ਹੈ ਉਸ ਨੂੰ ਗਿਰਵੀ ਰੱਖਿਆ ਹੈ ਉਸ ਦਾ ਮੁੱਲ ਕਿੰਨਾ ਹੈ ਅਤੇ ਉਸ ਤੇ ਉਸ ਨੂੰ ਕਿੰਨਾ ਪੈਸਾ ਉਧਾਰ ਮਿਲ ਸਕਦਾ ਹੈ। ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਗਈ ਹੈ ਕਿ ਜੇਕਰ ਇਹ ਮਾਰਜਨ ਰਿਕੁਆਇਰਮੈਂਟ 20% ਹੈ 20% ਦਾ ਅਰਥ ਕੀ ਹੈ ਕਿ ਜਿੰਨੇ ਮੁੱਲ ਦਾ ਕੋਈ ਪਦਾਰਥ ਗਿਰਵੀ ਰੱਖਿਆ ਹੈ ਅਤੇ ਉਸ ਤੇ ਜਿੰਨਾ ਕਰਜ਼ ਮਿਲ ਸਕਦਾ ਉਸ ਵਿੱਚ 20% ਦੇ ਜਿਹੜਾ ਹੈ ਫਰਕ ਹੈ ਉਹ ਕੀ ਹੈ ਕਿ ਜੇਕਰ ਕੋਈ ਵਿਅਕਤੀ 100 ਰੁਪਏ ਦੇ ਬਰਾਬਰ ਕੋਈ ਚੀਜ਼ ਗਿਰਵੀ ਰੱਖਦਾ ਹੈ ਤਾਂ ਬੈਂਕ ਉਸ ਨੂੰ ਲੋਨ ਜੋ ਦੇਗੀ ਉਹ 100 ਰੁਪਏ ਦਾ ਨਹੀਂ ਦੇਗੀ, ਸਿਰਫ 80 ਰੁਪਏ ਦਾ ਦੇਗੀ। ਅਰਥਾਤ 20% ਕੀ ਹੈ, 20% ਕੀ ਹੈ ਮਾਰਜਨ ਰਿਕੁਆਇਰਮੈਂਟ। ਸੋ 100 ਰੁਪਏ ਦੇ ਬਰਾਬਰ ਦੀ ਕੋਈ ਚੀਜ਼ ਗਿਰਵੀ ਰੱਖ ਕੇ ਕਰਜ਼ ਕਿੰਨਾ ਮਿਲੇਗਾ, ਸਿਰਫ 80 ਰੁਪਏ ਦੇ ਬਰਾਬਰ। ਹੁਣ ਜੇਕਰ ਇਹ ਇਸ ਤਰ੍ਹਾਂ ਮਾਰਜਨ ਰਿਕੁਆਇਰਮੈਂਟ ਵਧਾ ਦਿੱਤੀ ਜਾਏ ਤਾਂ ਕਰਜ਼ਾ ਘੱਟ ਮਿਲੇਗਾ। ਸੋ ਜੇ ਕੋਈ ਵਿਅਕਤੀ ਇੱਦਾਂ ਦੇ ਜੋ ਪੈਸਾ ਉਧਾਰ ਲੈ ਰਹੇ ਹਨ ਜਿਸ ਨੂੰ ਕਿ ਉਹ ਅੱਗੇ ਇਸਤੇਮਾਲ ਕਰ ਰਹੇ ਹਨ ਸਿਰਫ ਕੋਈ ਜਮ੍ਹਾਂਖੋਰੀ ਵਗੈਰਾ ਕਰਨ ਲਈ ਜਾਂ ਇੱਦਾਂ ਦੇ ਕੰਮਾਂ ਲਈ ਜਿਸ ਦਾ ਕਿ ਕੋਈ ਅਰਥ ਵਿਵਸਥਾ 'ਤੇ ਚੰਗਾ ਨਹੀਂ ਬਲਕਿ ਬੁਰਾ ਅਸਰ ਪੈ ਰਿਹਾ ਹੈ ਤਾਂ ਇਸ ਰਿਕੁਆਇਰਮੈਂਟ ਨੂੰ ਵਧਾ ਦਿੱਤਾ ਜਾਏਗਾ। ਇਹ ਜੋ ਮਾਰਜਨ ਹੈ ਜੋ ਇਸ ਦਾ ਪ੍ਰਤੀਸ਼ਤ ਹੈ ਇਸ ਨੂੰ ਵਧਾ ਦਿੱਤਾ ਜਾਏਗਾ ਕਿ ਜੇਕਰ ਸਾਖ ਦਾ ਸੰਕੁਚਨ ਕਰਨਾ ਹੈ ਤਾਂ ਇਸ ਨੂੰ ਵਧਾ ਦਿੱਤਾ ਜਾਏਗਾ
ਅਰਥਾਤ ਕਿ ਜੇਕਰ ਹੁਣ 20 ਤੋਂ 40% ਕਰਤਾ ਜਾਏ ਤਾਂ ਇਸ ਦਾ ਅਰਥ ਇਹ ਹੋਏਗਾ ਕਿ ਜੇ ਕਿਸੇ ਨੇ 100 ਰੁਪਏ ਦੇ ਬਰਾਬਰ ਚੀਜ਼ ਕੋ ਗਿਰਵੀ ਰੱਖੀ ਹੈ ਤਾਂ ਉਸ ਨੂੰ ਜੋ ਕਰਜ਼ ਮਿਲੇਗਾ ਉਹ ਸਿਰਫ 60 ਰੁਪਏ ਦਾ ਮਿਲੇਗਾ। 40% ਕੀ ਹੈ? ਇਹ ਮਾਰਜਨ ਰਿਕੁਆਇਰਮੈਂਟ। ਸੋ ਕੇਂਦਰੀ ਬੈਂਕ ਜੋ ਹੈ ਉਹ ਦੇਖੇਗੀ ਕਿ ਇਸ ਕਰਜ਼ ਦਾ ਜੋ ਪੈਸਾ ਹੈ ਇਸ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਹੈ, ਉਸ ਦੇ ਅਨੁਸਾਰ ਇਹ ਮਾਰਜਨ ਰਿਕੁਆਇਰਮੈਂਟ ਜੋ ਹੈ ਵਧਾਈ ਘਟਾਈ ਜਾ ਸਕਦੀ ਹੈ। ਜਿਸ ਨੂੰ ਵਧਾਤਾ ਜਾਏਗਾ ਤਾਂ ਕਰਜ਼ਾ ਘੱਟ ਹੋਏਗਾ ਤਾਂ ਸਾਖ ਦਾ ਸੰਕੁਚਨ ਹੋਏਗਾ, ਤੇ ਜੇਕਰ ਸਾਖ ਦਾ ਵਿਸਤਾਰ ਕਰਨਾ ਹੈ ਤਾਂ ਇਸ ਜੋ ਪ੍ਰਤੀਸ਼ਤ ਜੋ ਮਾਰਜਨ ਰਿਕੁਆਇਰਮੈਂਟ ਹੈ ਇਸ ਨੂੰ ਘਟਾਤਾ ਜਾਏਗਾ ਤਾਂ ਜ਼ਿਆਦਾ ਪੈਸਾ ਉਧਾਰ ਲਿਆ ਜਾ ਸਕਦਾ ਹੈ, ਤੇ ਜਿਸ ਦੇ ਨਾਲ ਜੋ ਕਿ ਸਾਖ ਦਾ ਵਿਸਤਾਰ ਹੋਏਗਾ। ਸੋ ਇਹ ਦੇਖਿਆ ਜਾਏਗਾ ਕਿ ਕਿਹਨਾਂ ਹਾਲਾਤਾਂ ਵਿੱਚ ਇਹ ਜੋ ਪ੍ਰਤੀਸ਼ਤ ਹੈ ਇਸ ਨੂੰ ਵਧਾਉਣਾ ਹੈ ਜਾਂ ਘਟਾਉਣਾ ਹੈ। ਦੈਨ ਰਾਸ਼ਨਿੰਗ ਆਫ ਕ੍ਰੈਡਿਟ। ਰਾਸ਼ਨਿੰਗ ਦਾ ਅਰਥ ਹੈ ਕਿ ਇਹ ਕੰਟਰੋਲ ਕਰਨਾ ਕ੍ਰੈਡਿਟ ਦਾ, ਕਿ ਉਸ ਦੇ ਉੱਤੇ ਕੁਝ ਰੋਕਾਂ ਲਗਾਉਣੀਆਂ, ਕਿਸੇ ਲਿਮਿਟ ਇੱਕ ਸੀਮਾ ਤੈਅ ਕਰਨੀ। ਸੈਂਟਰਲ ਬੈਂਕ ਇਜ਼ ਦਾ ਲੈਂਡਰ ਆਫ ਦਾ ਲਾਸਟ ਰਿਜ਼ੋਰਟ ਟੂ ਕਮਰਸ਼ੀਅਲ ਬੈਂਕਸ, ਕਿਉਂਕਿ ਜੋ ਵਪਾਰਕ ਬੈਂਕ ਹਨ ਉਹਨਾਂ ਦਾ ਆਖਰੀ ਜੋ ਜਿਸ ਤਰ੍ਹਾਂ ਕਿ ਉਹ ਪੈਸਾ ਉਧਾਰ ਜਿਸ ਤੋਂ ਲੈ ਸਕਦੀਆਂ ਹਨ ਉਹ ਕੇਂਦਰੀ ਬੈਂਕ ਹੀ ਹੈ। ਕੇਂਦਰੀ ਬੈਂਕ ਨੂੰ ਬੈਂਕਾਂ ਦਾ ਬੈਂਕ ਵੀ ਕਿਹਾ ਜਾਂਦਾ ਹੈ। Hence, if it chooses if it so chooses, it can introduce rationing of credit in order to control credit। ਕਿ ਜੇ ਇਸ ਨੂੰ ਲੱਗੇ ਕਿ ਸਾਖ ਨੂੰ ਨਿਯੰਤਰਿਤ ਕਰਨਾ ਹੈ ਤਾਂ ਉਹ ਸਾਖ ਦੀ ਰਾਸ਼ਨਿੰਗ ਅਰਥਾਤ ਉਹਦੀ ਕੋਈ ਸੀਮਾ ਵੀ ਤੈਅ ਕਰ ਸਕਦੀ ਹੈ, ਰਾਸ਼ਨਿੰਗ ਕਰ ਸਕਦੀ ਹੈ। ਰਾਸ਼ਨਿੰਗ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਆਮ ਭਾਸ਼ਾ ਵਿੱਚ ਜਦੋਂ ਆਪਾਂ ਰਾਸ਼ਨ ਵਰਡ ਯੂਜ਼ ਕਰਦੇ ਹਾਂ, ਰਾਸ਼ਨਿੰਗ ਕਹਿੰਦੇ ਹਾਂ ਕਿ ਰਾਸ਼ਨ ਦਾ ਕੋਈ ਡਿਪੂ ਹੈ ਜਿੱਥੇ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਵੱਖ-ਵੱਖ ਵਸਤੂਆਂ ਦੀ ਕਿੰਨੀ ਮਾਤਰਾ ਜੋ ਹੈ ਉਹ ਖਰੀਦ ਸਕਦਾ ਹੈ। ਇੱਥੇ ਜੋ ਰਾਸ਼ਨਿੰਗ ਜਿਸ ਚੀਜ਼ ਦੀ ਕੀਤੀ ਗਈ ਉਹ ਕ੍ਰੈਡਿਟ ਹੈ। ਰਾਸ਼ਨਿੰਗ ਆਫ ਕ੍ਰੈਡਿਟ ਮੇ ਹੈਵ ਐਨੀ 4 ਵੇਰੀਐਂਟਸ। ਇਸ ਦੇ ਕੋਈ 4 ਤਰੀਕੇ ਹੋ ਸਕਦੇ ਹਨ, 4 ਰੂਪ ਹੋ ਸਕਦੇ ਹਨ। The central bank can decline loan to a specific category of commercial banks, ਕਿ ਜਾਂ ਤਾਂ ਉਹ ਕੁਝ ਬੈਂਕਾਂ ਜਿਹੜੀਆਂ ਨੇ ਉਹਨਾਂ ਨੂੰ ਕਰਜ਼ ਦੇਣ ਤੋਂ ਜਿਹੜਾ ਹੈ ਉਹ ਮਨਾ ਕਰਦਾ ਹੈ। ਜੇ ਉਹਨਾਂ ਨੂੰ ਕਰਜ਼ ਨਹੀਂ ਮਿਲੇਗਾ ਤੇ ਅੱਗੇ ਉਹ ਕਿਸ ਤਰ੍ਹਾਂ ਕਰਜ਼ ਦੇਣਗੀਆਂ? ਸਾਖ ਦਾ ਸੰਕੁਚਨ ਹੋ ਜਾਏਗਾ। ਸੈਂਟਰਲ ਬੈਂਕ ਕੈਨ ਰਿਡਿਊਸ ਦਾ ਕੁਆਂਟਮ ਆਫ ਲੋਨ ਟੂ ਆਲ ਬੈਂਕਸ, ਜਾਂ ਫਿਰ ਉਹ ਸਾਰੀਆਂ ਬੈਂਕਸ ਨੂੰ ਜਿੰਨਾ ਕਰਜ਼ ਦੇਣਾ ਹੈ ਉਸਨੇ ਉਸਦਾ ਪੂਰੀ ਮਾਤਰਾ ਜਿਹੜੀ ਸਾਰਿਆਂ ਲਈ ਘਟਾ ਦੇ। ਸੈਂਟਰਲ ਬੈਂਕ ਕੈਨ ਫਿਕਸ ਕ੍ਰੈਡਿਟ ਕੋਟਾ ਫॉर ਡਿਫਰੈਂਟ ਬੈਂਕਸ, ਕਿ ਉਹ ਵੱਖ-ਵੱਖ ਬੈਂਕਾਂ ਦੇ ਲਈ ਜੋ ਕ੍ਰੈਡਿਟ ਦਾ ਕੋਟਾ ਹੈ, ਜੋ ਸਾਖ ਦਾ ਕੋਟਾ ਹੈ, ਉਸ ਨੂੰ ਫਿਕਸ ਕਰਦੇ ਕਿ ਕਿਸੇ ਬੈਂਕ ਨੂੰ ਇੱਕ ਖਾਸ ਤਰ੍ਹਾਂ ਦੀ ਬੈਂਕ ਨੂੰ ਇੱਕ ਇਸ ਲਿਮਿਟ ਤੋਂ ਜ਼ਿਆਦਾ ਕਰਜ਼ ਨਹੀਂ ਮਿਲੇਗਾ ਕੇਂਦਰੀ ਬੈਂਕ ਦੁਆਰਾ। ਦ ਸੈਂਟਰਲ ਬੈਂਕ ਕੈਨ ਡਿਟਰਮਨ ਦ ਲਿਮਿਟ ਆਫ ਕ੍ਰੈਡਿਟ ਗ੍ਰਾਂਟਡ ਟੂ ਇੰਡਸਟਰੀ ਐਂਡ ਟ੍ਰੇਡ, ਕਿ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜੋ ਕੇਂਦਰੀ ਬੈਂਕ ਹੈ ਉਹ ਜੋ ਉਦਯੋਗ ਜਾਂ ਵਪਾਰ ਹਨ ਜਾਂ ਖੇਤੀਬਾੜੀ ਹੈ ਇਹਨਾਂ ਨੂੰ ਕਿੰਨਾ ਕਰਜ਼ ਦਿੱਤਾ ਜਾ ਸਕਦਾ ਉਸ ਦੀ ਕੋਈ ਲਿਮਿਟ ਤੈਅ ਕਰਦਾ ਹੈ। ਸੋ ਇੱਥੇ ਮੁੱਖ ਤੌਰ ਤੇ ਰਾਸ਼ਨਿੰਗ ਆਫ ਕ੍ਰੈਡਿਟ ਮੀਨਸ ਅਕੋਰਡਿੰਗ ਟੂ ਦ ਨੀਡ ਦ ਲਿਮਿਟ ਆਫ ਕ੍ਰੈਡਿਟ ਕੈਨ ਬੀ ਫਿਕਸਡ, ਕਿ ਜੋ ਕ੍ਰੈਡਿਟ ਦੇਣ ਦੀ ਜੋ ਲਿਮਿਟ ਹੈ ਉਸ ਨੂੰ ਫਿਕਸ ਕੀਤਾ ਜਾਏ ਜੋ ਹੈ ਇਹ ਹਾਲਾਤਾਂ ਅਨੁਸਾਰ। ਸੋ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਨਾਂ ਦੇ ਅਨੁਸਾਰ ਜੋ ਹੈ ਇਹ ਕ੍ਰੈਡਿਟ ਰਾਸ਼ਨਿੰਗ ਕੀਤੀ ਜਾਏਗੀ। ਐਜ਼ ਅ ਰਿਜ਼ਲਟ ਆਫ ਕ੍ਰੈਡਿਟ ਰਾਸ਼ਨਿੰਗ ਬੈਂਕਸ ਬਿਕਮ ਕੌਸ਼ੀਅਸ ਇਨ ਐਡਵਾਂਸਿੰਗ ਲੋਨ, ਕਿਉਂਕਿ ਜਦੋਂ ਵਪਾਰਕ ਬੈਂਕਾਂ ਨੂੰ ਲੱਗੇਗਾ ਕਿ ਕੇਂਦਰੀ ਬੈਂਕ ਜੋ ਰਾਸ਼ਨਿੰਗ ਕਰ ਰਹੀ ਹੈ ਤਾਂ ਉਹ ਵੀ ਅੱਗੇ ਜੋ ਕਰਜ਼ਾ ਦੇਣ ਲੱਗੇ ਸੋਚਣਗੇ, ਉਹ ਜ਼ਿਆਦਾ ਸਾਵਧਾਨ ਰਹਿਣਗੇ। ਅਕੋਰਡਿੰਗਲੀ ਫਲੋ ਆਫ ਕ੍ਰੈਡਿਟ ਇਜ਼ ਰਿਸਟ੍ਰਿਕਟਡ, ਕਿ ਇਸ ਦੇ ਨਾਲ ਜੋ ਹੈ ਸਾਖ ਦਾ ਜੋ ਪ੍ਰਵਾਹ ਹੈ ਉਹ ਥੋੜਾ ਘਟ ਜਾਏਗਾ, ਰੁਕ ਜਾਏਗਾ। ਸੋ ਇਸ ਤਰ੍ਹਾਂ ਕ੍ਰੈਡਿਟ ਰਾਸ਼ਨਿੰਗ ਵੀ ਇੱਕ ਤਰੀਕਾ ਹੋ ਸਕਦਾ ਹੈ ਜਿਸ ਨਾਲ ਕੇਂਦਰੀ ਬੈਂਕ ਜੋ ਹੈ ਸਾਖ ਦਾ ਜੋ ਹੈ ਉਹ ਉਸ ਨੂੰ ਨਿਯੰਤਰਿਤ ਕਰ ਸਕਦੀ ਹੈ। ਦੈਨ ਡਾਇਰੈਕਟ ਐਕਸ਼ਨ, ਜਿਸ ਤਰ੍ਹਾਂ ਕਿ ਅਸੀਂ ਕਿਹਾ ਸੀ ਕਿ ਸੈਂਟਰਲ ਬੈਂਕ ਇਜ਼ ਦਾ ਏਪੈਕਸ ਬੈਂਕ, ਇਟ ਇਜ਼ ਦ ਹਾਈਐਸਟ ਅਥਾਰਟੀ ਇਨ ਦ ਕੰਟਰੀ ਸੋ ਫਾਰ ਐਜ਼ ਦ ਬੈਂਕਿੰਗ ਇਜ਼ ਕੰਸਰਨਡ, ਕਿ ਜੋ ਬੈਂਕਿੰਗ ਹੈ ਉਸ ਦੇ ਵਿੱਚ ਕੇਂਦਰੀ ਬੈਂਕ ਸਭ ਤੋਂ ਉੱਚੀ ਜੋ ਹੈ ਉਹ ਅਧਿਕਾਰੀ ਹੈ। ਤੇ ਜੇਕਰ ਕਮਰਸ਼ੀਅਲ ਬੈਂਕਸ ਜਾਂ ਵਪਾਰਕ ਬੈਂਕਾਂ ਉਸ ਦੀਆਂ ਜੋ ਦਿਸ਼ਾ ਨਿਰਦੇਸ਼ ਹਨ ਉਹਨਾਂ ਨੂੰ ਨਹੀਂ ਮੰਨ ਰਹੀ ਤਾਂ ਉਹ ਕਿਸੇ ਬੈਂਕ ਤੇ ਸਿੱਧੀ ਕਾਰਵਾਈ ਵੀ ਕਰ ਸਕਦੀ ਹੈ, ਕਿਉਂਕਿ ਇਹ ਬੈਂਕਾਂ ਜਿਹੜੀਆਂ ਬੈਂਕਾਂ ਨੂੰ ਕੇਂਦਰੀ ਬੈਂਕ ਦੇ ਅਧੀਨ ਹਨ। ਇਸ ਕਰਕੇ ਜੇ ਕੋਈ ਬੈਂਕ ਜੋ ਕੇਂਦਰੀ ਬੈਂਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਦੇ ਉੱਤੇ ਜਿਹੜਾ ਹੈ ਸਿੱਧੀ ਕਾਰਵਾਈ ਕੀਤੀ ਜਾ ਸਕਦੀ ਹੈ। ਸੈਂਟਰਲ ਬੈਂਕ ਮੇ impose strict restriction on the functioning of defaulting banks including denial of loans। ਜੋ ਕੇਂਦਰੀ ਬੈਂਕ ਹੈ ਉਹ ਇਹਨਾਂ ਬੈਂਕਾਂ ਦੇ ਉੱਤੇ ਸਿੱਧੀ ਕਾਰਵਾਈ ਕਰਕੇ ਇਹਨਾਂ ਦੇ ਉੱਤੇ ਰੋਕਾਂ ਲਗਾ ਸਕਦੀ ਹੈ ਅਤੇ ਇਹਨਾਂ ਦੁਆਰਾ ਦਿੱਤੇ ਜਾਣ ਵਾਲੇ ਜਾਂ ਇਹਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਨੂੰ ਰੋਕ ਸਕਦੀ ਹੈ। ਸੋ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਜੋ ਕੇਂਦਰੀ ਬੈਂਕ ਹੈ ਉਹ ਸਾਰੀ
ਬੈਂਕਿੰਗ ਪ੍ਰਣਾਲੀ ਨੂੰ ਨਿਯੰਤਰਿਤ ਕਰਦੀ ਹੈ ਤੇ ਇਸ ਕਰਕੇ ਉਹ ਕੁਝ ਬੈਂਕਾਂ ਉੱਤੇ ਸਿੱਧੀ ਕਾਰਵਾਈ ਵੀ ਕਰ ਸਕਦੀ ਹੈ। ਸੋ ਇਹ ਕੁਝ ਤਰੀਕੇ ਹਨ, ਜੋ ਕੁਝ ਯੰਤਰ ਹਨ ਜਿਹਨੂੰ ਅਸੀਂ ਮਾਤਰਾਤਮਕ ਜਾਂ ਗੁਣਾਤਮਕ ਕਹਿ ਰਹੇ ਹਾਂ। ਸੋ ਇਹਨਾਂ ਦੁਆਰਾ ਜੋ ਹੈ ਕੇਂਦਰੀ ਬੈਂਕ ਦੇਸ਼ ਦੇ ਹਾਲਾਤਾਂ ਅਨੁਸਾਰ, ਅਰਥ ਵਿਵਸਥਾ ਦੇ ਹਾਲਾਤਾਂ ਅਨੁਸਾਰ ਸਾਖ ਦਾ ਸੰਕੁਚਨ ਜਾਂ ਸਾਖ ਦਾ ਵਿਸਤਾਰ ਜਾਂ ਕਰਜ਼ਾ ਉਧਾਰ ਜਾਂ ਪੈਸਾ ਉਧਾਰ ਲੈਣਾ, ਇਸ ਨੂੰ ਮਹਿੰਗਾ ਜਾਂ ਸਸਤਾ ਕਰਨਾ ਜੋ ਹੈ ਚੀਪ ਔਰ ਡੀਰ ਮੋਨਟਰੀ ਪਾਲਿਸੀ, ਸਸਤੀ ਜਾਂ ਮਹਿੰਗੀ ਮੌਦਰਿਕ ਨੀਤੀ ਜਾਂ ਸਾਖ ਦੇ ਵਿਸਤਾਰ ਜਾਂ ਸਾਖ ਦੇ ਸੰਕੁਚਨ ਦੀ ਮੌਦਰਿਕ ਨੀਤੀ ਅਪਣਾਉਂਦੀ ਹੈ ਤੇ ਜਿਸ ਦੇ ਵਿੱਚ ਇਹਨਾਂ ਸਾਰੇ ਇੰਸਟਰੂਮੈਂਟਸ ਨੂੰ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾਂਦਾ ਹੈ, ਇਹਨਾਂ ਸਾਰੇ ਤਰੀਕਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਥੈਂਕ ਯੂ।